ਵਗਦੇ ਪਾਣੀਆਂ ਦਾ ਸੰਗੀਤ। ਕਲਾਤਮਕ ਸ਼ੌਕ। ਦਿੱਲੀ ਯੂਨੀਵਰਸਿਟੀ ਦੇ ਹਰ ਫੁੱਲਾਂ ਦੇ ਫੈਸਟੀਵਲ ਸਮੇਂ ਮੈਂ ਦਾਰਜੀ ਨਾਲ ਉਹਨਾਂ ਦਾ ਕੈਮਰਾ ਬੈਗ ਚੁੱਕ ਕੇ ਉਹਨਾਂ ਦੇ ਨਾਲ ਜਾਂਦੀ ਸੀ। ਉਹ ਹਜ਼ਾਰਾਂ ਦੀ ਤਾਦਾਦ ਵਿੱਚ ਫੁੱਲਾਂ ਦੀਆਂ ਤਸਵੀਰਾਂ ਖਿੱਚਦੇ ਹੁੰਦੇ ਸਨ। ਫਿਰ ਘਰ ਆ ਕੇ ਫਿਲਮ ਸ਼ੋਅ ਹੁੰਦਾ, ਬਹੁਤ ਮਜ਼ਾ ਆਉਂਦਾ। ਹਰ ਤਸਵੀਰ ਵਿੱਚ ਵੱਖ-ਵੱਖ ਫੁੱਲਾਂ ਨੂੰ ਵੇਖ-ਵੇਖ ਕੇ ਦਾਰਜੀ ਤਾਰੀਫ ਕਰਦੇ, ਸੁਭਾਨ ਤੇਰੀ ਕੁਦਰਤ, ਰੱਬਾ ਵਾਰੇ ਵਾਰੇ ਜਾਈਏ, ਰੱਬ ਦੀਆਂ ਕਰਾਮਾਤਾਂ ਦੇਖੋ। ਦਿਲਕਸ਼ ਕਸ਼ਮੀਰ ਦੇ ਨਜ਼ਾਰਿਆਂ ਨੂੰ ਜਾਂ ਕਿਸੇ ਵੀ ਖੂਬਸੂਰਤ ਚੀਜ਼ ਨੂੰ ਵੇਖ ਕੇ ਅਤੇ ਰੱਜ ਕੇ ਤਾਰੀਫ ਕਰਦੇ। ਇੱਕ ਹੋਰ ਸ਼ੌਕ ਵੀ ਸੀ ਕ੍ਰਿਕਟ ਦਾ। ਸੀਜ਼ਨ ਟਿਕਟਾਂ ਫਿਰੋਜ਼ ਸ਼ਾਹ ਕੋਟਲਾ ਗਰਾਊਂਡ ਦੀਆਂ ਖਰੀਦ ਕੇ ਮੈਨੂੰ ਵੀ ਉੱਥੇ ਨਾਲ ਹੀ ਲੈ ਕੇ ਜਾਂਦੇ। ਕਸ਼ਮੀਰ ਰੋਜ਼ ਘੋੜਿਆਂ ਵਾਲੀ ਨੂੰ ਬੁਲਾ ਕੇ ਘੋੜਸਵਾਰੀ ਕਰਾਉਂਦੇ, ਤੈਰਨਾ ਸਿਖਾਉਂਦੇ, ਕਲੱਬ ਵੀ ਲੈ ਕੇ ਜਾਂਦੇ। ਹਾਲਾਂਕਿ ਆਪ ਕਲੱਬ ਦੇ ਮੈਂਬਰ ਨਹੀਂ ਸਨ, ਕਿਸੇ ਹੋਰ ਦੀ ਮੈਂਬਰਸ਼ਿਪ ਤੇ ਮੈਨੂੰ ਸਿਖਲਾਈ ਕਰਵਾਉਂਦੇ। ਪੇਂਟਿੰਗ ਦਾ ਸ਼ੌਕ, ਲਿਖਣ ਦਾ ਸ਼ੌਕ, ਮੈਨੂੰ ਇਹ ਸਭ ਦਾਰਜੀ ਦੀ ਦੇਣ ਹੈ। ਜੋ ਇੱਕ ਪੇਂਟਿੰਗ ਉਹਨਾਂ ਨੇ ਬਣਾਈ, ਉਹ ਮੇਰੀ ਸ਼ਾਦੀ ਤੋਂ ਬਾਅਦ ਹੀ ਬਣਾਈ ਸੀ। ਕਹਿੰਦੇ ਸੀ ਤੇਰੀ ਯਾਦ ਵਿੱਚ ਬਣਾਈ ਹੈ। ਉਹ ਮੇਰੇ ਘਰ ਅੱਜ ਵੀ ਮੇਰੀ ਬੈਠਕ ਦੀ ਸ਼ੋਭਾ ਹੈ। ਉਹ ਪੇਂਟਿੰਗ ਮੂੰਹੋਂ ਬੋਲਦੀ ਹੈ। ਥੇਮਸ ਵੈਲੀ ਦੀ ਇੱਕ ਲੈਂਡਸਕੇਪ ਹੈ। ਪੇਂਟਿੰਗ ਨੂੰ ਵੇਖ ਕੇ ਇੰਜ ਅਹਿਸਾਸ ਹੁੰਦਾ ਹੈ ਜਿਵੇਂ ਤੁਸੀਂ ਆਪ ਉਸ ਦੇ ਵਿਚਕਾਰ ਕਿਤੇ ਵਿਚਰਦੇ ਪਏ ਹੋ। ਦਰਖਤਾਂ ਦਾ ਅਕਸ ਪਾਣੀ ਵਿੱਚ ਬੇਹੱਦ ਖੂਬਸੂਰਤ ਦਿਸਦਾ ਹੈ ਅਤੇ ਇਹ ਇੰਜ ਲੱਗਦਾ ਹੈ ਕਿ ਉਹ ਪੇਂਟਿੰਗ ਨਹੀਂ ਬਲਕਿ ਫੋਟੋ ਹੈ। ਮੈਨੂੰ ਯਾਦ ਆਉਂਦਾ ਹੈ ਜਦ ਉਹ ਚਾਂਦਨੀ ਚੌਕ ਦੇ ਕਿਸੇ ਰੈਸਟੋਰੈਂਟ ਵਿੱਚ ਮੈਨੇਜਰ ਸਨ। ਮੈਂ ਸ਼ਾਇਦ 4 ਵਰ੍ਹਿਆਂ ਦੀ ਹੋਵਾਂਗੀ। ਇੱਕ ਸਕ੍ਰੈਪ ਬੁੱਕ ਮੈਨੂੰ ਲੈ ਕੇ ਦਿੱਤੀ ਜਿਸ ਦੇ ਸਫ਼ੇ ਕਾਲੇ ਸਨ। ਉਸ ਦੇ ਉੱਤੇ ਰੰਗ ਬਿਰੰਗੇ ਚਾਕਾਂ ਨਾਲ ਮੈਨੂੰ ਡਰਾਇੰਗ ਕਰਨਾ ਸਿਖਾਉਂਦੇ ਸਨ। ਉਹ ਸਕ੍ਰੈਪ ਬੁੱਕ ਨੂੰ ਬਾਅਦ ਵਿੱਚ ਅਸੀਂ ਇੱਕ ਐਲਬਮ ਵਿੱਚ ਤਬਦੀਲ ਕਰ ਲਿਆ ਸੀ। ਉਸ ਦੇ ਸ਼ੁਰੂ ਅਤੇ ਆਖਰੀ ਸਫ਼ੇ ਉੱਤੇ ਮੇਰੇ ਹੱਥ ਦੇ ਰੰਗ ਬਿਰੰਗੇ ਚੂਹੇ ਤੇ ਬਿੱਲੀਆਂ ਬਣੇ ਹੋਏ ਸਨ। ਇੱਕ ਦਿਨ ਮੈਂ ਸਕੂਲੋਂ ਵਾਪਸ ਆਈ ਤਾਂ ਬੜੀ ਖੁਸ਼ ਸੀ ਕਿ ਮੈਨੂੰ ਸਕੂਲ ਵਾਲਿਆਂ ਨੇ ਮੌਕ ਪਾਰਲੀਮੈਂਟ ਵਿੱਚ ਰਾਸ਼ਟਰਪਤੀ ਨਿਯੁਕਤ ਕੀਤਾ ਹੈ। ਮੈਂ ਅਸਮਾਨਾਂ ਤੋਂ ਉੱਚੀਆਂ ਉਡਾਰੀਆਂ ਮਾਰ ਰਹੀ ਸੀ। ਉਸੇ ਵੇਗ ਵਿੱਚ ਕਾਲੀ ਕਾਲੀ ਬੋਲ ਰਹੀ ਸੀ ਤੇ ਦਾਰਜੀ ਨੂੰ ਸਾਰੀ ਗੱਲ ਸੁਣਾ ਰਹੀ ਸੀ। ਉਹ ਮੇਰੇ ਵੱਲ ਟਿਕ ਟਿਕੀ ਲਗਾ ਕੇ ਸਭ ਕੁਝ ਸੁਣਦੇ ਜਾ ਰਹੇ ਸਨ। ਜਦ ਮੈਂ ਚੁੱਪ ਹੋਈ ਤਾਂ ਕਹਿਣ ਲੱਗੇ, ਬਹੁਤ ਕਮਾਲ ਦੀ ਗੱਲ ਹੈ, ਸ਼ਾਬਾਸ਼। ਪਰ ਡੋਲ, ਤੂੰ ਮੈਨੂੰ ਇਹ ਗੱਲ ਦੱਸ ਕਿ ਇਹ ਮੂੰਹ ਡਿੰਗਾ ਕਰਕੇ ਬੋਲਣਾ ਤੂੰ ਕਿੱਥੋਂ ਸਿੱਖਿਆ ਹੈ? ਸ਼ਾਇਦ ਤੇਰੀ ਇੱਕ ਸਹੇਲੀ ਵੀ ਏਦਾਂ ਹੀ ਬੋਲਦੀ ਹੈ। ਆਪਣੇ ਆਪ ਨੂੰ ਸ਼ੀਸ਼ੇ ਵਿੱਚ ਵੇਖ ਕੇ ਅੱਧਾ ਘੰਟਾ ਮੂੰਹ ਸਿੱਧਾ ਕਰਕੇ ਬੋਲਣ ਦੀ ਪ੍ਰੈਕਟਿਸ ਕਰ ਤੇ ਫਿਰ ਮੈਨੂੰ ਸਾਰੀ ਗੱਲ ਮੁੜ ਕੇ ਸੁਣਾ। ਇਹੋ ਜਿਹਾ ਸੀ ਉਹਨਾਂ ਦੀ ਸਿਖਲਾਈ ਦਾ ਤਰੀਕਾ। ਮਨੋਵਿਗਿਆਨਿਕ। ਇੱਕ ਦਿਨ ਫਿਰ ਮੇਰੀ ਸ਼ਾਮਤ ਆਈ। ਮੇਰੀ ਚਾਲ ਉੱਤੇ ਟਿੱਪਣੀ ਹੋਈ। ਦਾਰਜੀ ਕਹਿਣ ਲੱਗੇ, ਸਿਰ ਦੇ ਉੱਤੇ 8 ਕਿਤਾਬਾਂ ਰੱਖ ਕੇ ਮੈਨੂੰ ਟੈਰੇਸ ਤੇ 40 ਚੱਕਰ ਲਗਾ ਕੇ ਦਿਖਾ ਤੇ ਕੋਈ ਕਿਤਾਬ ਡਿੱਗਣੀ ਨਹੀਂ ਚਾਹੀਦੀ। ਇਹ ਮੇਰੀ ਚਾਲ ਸੁਧਾਰਨ ਦਾ ਤਰੀਕਾ ਸੀ। ਇੱਕ ਪਾਸੇ ਦਾਰਜੀ ਅਤੇ ਦੂਜੇ ਪਾਸੇ ਮੇਰੀ ਮਾਂ ਦੀ ਟ੍ਰੇਨਿੰਗ ਕੁਝ ਇਸੇ ਤਰ੍ਹਾਂ ਹੀ ਹੁੰਦੀ ਸੀ। ਛੋਟਾ ਟੈਰੇਸ ਸ਼ਾਮ ਨੂੰ ਧੋ ਕੇ ਸਾਫ਼ ਸੁਥਰਾ ਕਰਕੇ ਕੁਰਸੀਆਂ ਡਾਹੀਆਂ ਜਾਂਦੀਆਂ ਸਨ। ਅਕਸਰ ਮਾਂ ਕੋਠਾ ਧੋਣ ਲਈ ਪਾਨਦੇਵ ਨੂੰ ਨਹੀਂ ਸਗੋਂ ਮੈਨੂੰ ਬੁਲਾਉਂਦੀ ਸੀ। ਪਾਣੀ ਦੀਆਂ ਬਾਲਟੀਆਂ ਭਰ ਭਰ ਕੇ ਇੱਕ ਪਾਸੇ ਸੁੱਟਦੀ ਜਾਂਦੀ ਅਤੇ ਮੈਨੂੰ ਕਹਿੰਦੀ, ਝਾੜੂ ਮਾਰ ਕੇ ਪਾਣੀ ਨਾਲੀ ਵਿੱਚ ਦੂਜੇ ਪਾਸੇ ਕੱਢ। ਇਹ ਸਿਰਫ ਇੱਕ ਵਰਜਿਸ਼ ਸੀ। ਨਾਲ ਹੀ ਕਹਿੰਦੀ, ਕੁੜੀਆਂ ਮੋਟੀਆਂ ਨਹੀਂ ਚੰਗੀਆਂ ਲੱਗਦੀਆਂ। ਖੂਬ ਫਲ ਫਰੂਟ ਖਾਓ, ਦਾਲ ਸਬਜ਼ੀ ਖਾਓ, ਪਰ ਫੁਲਕਾ ਇੱਕੋ। ਪਹਿਲੀ ਤੇ ਆਖਿਰਲੀ ਬੁਰਕੀ ਦਾ ਸਵਾਦ ਇੱਕੋ ਜਿਹਾ ਹੀ ਹੁੰਦਾ ਹੈ। ਕਈ ਵਾਰ ਕਹਿਣਾ, ਕੁੜੀਆਂ ਦੇ ਵਾਲ ਲੰਮੇ ਸੋਹਣੇ ਲੱਗਦੇ ਨੇ, ਕੋਈ ਊਟ ਪਟਾਂਗ ਜਿਹੇ ਵਾਲ ਨਹੀਂ ਵਾਹੁਣੇ। ਐਤਵਾਰ ਵਾਲੇ ਦਿਨ ਗਰੀ ਦੇ ਤੇਲ ਦੀ ਮਾਲਿਸ਼ ਹੁੰਦੀ। ਫਿਰ ਕੱਸ ਕੇ ਮਾਂ 2 ਗੁੱਤਾਂ ਕਰ ਦਿੰਦੀ। ਜੇ ਮਾਂ ਘਰ ਨਾ ਹੁੰਦੀ ਤਾਂ ਇਹ ਕੰਮ ਦਾਰਜੀ ਕਰਦੇ। ਕਈ ਵਾਰ ਖਿਆਲ ਆਉਂਦਾ ਸੀ, ਉਹ ਕਿਹੋ ਜਿਹਾ ਪਿਓ ਸੀ, ਕਦੀ ਮਾਂ ਦੀ ਗੈਰ ਹਾਜ਼ਰੀ ਦਾ ਗੁੱਸਾ ਨਹੀਂ ਸੀ ਕੀਤਾ। 3 ਕੁੜੀਆਂ ਨੂੰ ਸੰਭਾਲਣਾ, ਸਕੂਲ ਭੇਜਣਾ, ਪੜ੍ਹਾਉਣਾ ਅਤੇ ਵੱਖਰੇ ਵੱਖਰੇ ਸ਼ੌਕ ਦੀਆਂ ਗੱਲਾਂ ਬਾਤਾਂ ਕਰਨੀਆਂ। ਕਦੀ ਸਾਨੂੰ ਤਿੰਨਾਂ ਨੂੰ ਲੈ ਕੇ ਬਹਿ ਜਾਣਾ ਅਤੇ ਕਹਿਣਾ, ਚਲੋ ਗਾਓ। ਅਸੀਂ ਤਿੰਨੇ ਉਸ ਜ਼ਮਾਨੇ ਦੇ ਫਿਲਮੀ ਗੀਤ ਗਾਉਂਦੀਆਂ ਅਤੇ ਦਾਰਜੀ ਸਾਨੂੰ ਬਹੁਤ ਸਰਾਉਂਦੇ।
ਨੰਦੀ ਹਮੇਸ਼ਾ ਸ਼ਰਾਰਤੀ ਅਤੇ ਮੁੰਡਿਆਂ ਵਾਲੇ ਗੀਤ ਗਾਉਂਦੀ, ਪਰ ਮੈਂ ਅਤੇ ਬੇਬੀ ਹਮੇਸ਼ਾ ਸੋਬਰ ਅਤੇ ਮੁਸ਼ਕਿਲ ਗੀਤ ਚੁਣਦੀਆਂ। ਦਾਰਜੀ ਦੀਆਂ ਕਵਿਤਾਵਾਂ, ਗੀਤ, ਫੋਟੋਗ੍ਰਾਫੀ ਅਤੇ ਹੋਰ ਕਲਾਤਮਕ ਸ਼ੌਕ ਕੁਦਰਤ ਨਾਲ ਪ੍ਰਭਾਵਿਤ ਹੁੰਦੇ ਸਨ। ਕੁਦਰਤ ਦੀ ਹਰ ਵਸਤੂ ਨੂੰ ਉਹ ਮਾਣਨਾ ਚਾਹੁੰਦੇ ਸਨ। ਸਾਰੇ ਗਰਮੀ ਦੀਆਂ ਛੁੱਟੀਆਂ ਅਸੀਂ ਵੱਖਰੇ ਵੱਖਰੇ ਪਹਾੜਾਂ ਦੀ ਸੈਰ ਕਰਨ ਜਾਈਦਾ ਸੀ। ਕਸ਼ਮੀਰ ਸਾਨੂੰ ਸਾਰਿਆਂ ਨੂੰ ਹੀ ਪਸੰਦ ਸੀ, ਪਰ ਖਾਸ ਕਰ ਦਾਰਜੀ ਨੂੰ। ਇਸ ਲਈ ਅਸੀਂ 8 ਸਾਲ ਲਗਾਤਾਰ ਕਸ਼ਮੀਰ ਹੀ ਜਾਂਦੇ ਰਹੇ। ਪਹਿਲਾਂ ਸ੍ਰੀਨਗਰ, ਫਿਰ ਉੱਥੋਂ ਕੁੱਕੜਨਾਗ ਅਤੇ ਆਖਰੀ ਪੜਾਅ ਪਹਿਲਗਾਮ, ਜਿੱਥੇ ਕਦੇ ਕੈਂਪਿੰਗ ਕਰਨੀ ਅਤੇ ਕਦੀ ਕਿਸੇ ਹੋਟਲ ਵਿੱਚ ਰਹਿਣਾ। ਸ੍ਰੀਨਗਰ ਦੀਆਂ ਹਾਊਸ ਬੋਟਸ ਵਿੱਚ ਵੀ ਰਹਿ ਕੇ ਨਜ਼ਾਰਾ ਲਿਆ ਸੀ। 5-6 ਹਫ਼ਤੇ ਦਾ ਟੂਰ ਹੁੰਦਾ ਸੀ ਅਤੇ ਆਉਣ ਜਾਣ ਦੀ ਟਿਕਟ ਦਾਰਜੀ ਪਹਿਲਾਂ ਹੀ ਖਰੀਦ ਲੈਂਦੇ ਸੀ। ਬਾਕੀ ਜਿਤਨੇ ਪੈਸੇ ਕੋਲ ਹੁੰਦੇ ਉਹ ਖਾ ਪੀ ਕੇ ਮੁਕਾ ਕੇ ਹੀ ਆਉਂਦੇ। ਪੈਸੇ ਨਾਲ ਦਾਰਜੀ ਨੂੰ ਕੋਈ ਪਿਆਰ ਨਹੀਂ ਸੀ। ਕਹਿੰਦੇ ਸਨ, ਜੋ ਹੈ, ਅਗਰ ਹੈ ਤਾਂ ਰੱਜ ਕੇ ਲੁਟਾਓ, ਜੇ ਨਹੀਂ ਤਾਂ ਰੁੱਖੀ ਮਿੱਸੀ ਖਾ ਗੋਪਾਲਾ, ਘੜੇ ਦਾ ਪਾਣੀ ਪੀ, ਇਹ ਗਾ ਕੇ ਸੁਣਾਉਂਦੇ ਸਨ। ਕਈ ਸਾਲ ਲਗਾਤਾਰ ਅਸੀਂ ਦਾਰਜੀ ਨਾਲ ਕਸ਼ਮੀਰ ਜਾਂਦੇ ਰਹੇ, ਪਰ 1975 ਵਿੱਚ ਦਾਰਜੀ ਸਾਡੇ ਨਾਲ ਨਹੀਂ ਸਨ। ਵੱਡੀ ਮਾਸੀ ਮਹਿੰਦਰ ਅਤੇ ਮਾਸਟਰ ਸੁਖਦੇਵ ਸਿੰਘ ਵਿਰਦੀ, ਅਸੀਂ ਤਿੰਨੇ ਭੈਣਾਂ, ਮਾਂ ਅਤੇ ਸਾਡੇ ਨਾਲ 2 ਨੌਜਵਾਨ ਵੀਰ ਰਾਜਪਾਲ ਸਿੰਘ ਤੇ ਰੁਪਿੰਦਰ ਸਿੰਘ, ਜਿਨ੍ਹਾਂ ਨੂੰ ਮਾਂ ਹੀ ਬਹੁਤਾ ਜਾਣਦੀ ਸੀ ਕਿਉਂਕਿ ਉਹਨਾਂ ਨੇ ਮਾਂ ਦੇ ਕੈਨੇਡਾ ਵਿੱਚ ਕਾਫੀ ਸਫਲ ਸ਼ੋਅ ਕਰਵਾਏ ਸਨ। ਉਹਨਾਂ ਦਿਨਾਂ ਵਿੱਚ ਉਹਨਾਂ ਨਾਲ ਪਰਿਵਾਰਕ ਸਾਂਝ ਵੀ ਵੱਧ ਗਈ ਸੀ। ਉਹ ਦੋਵੇਂ ਮਾਂ ਨੂੰ ਦੀਦੀ ਮਾਂ ਤੇ ਮਾਂ ਜੀ ਕਹਿਣ ਲੱਗ ਪਏ ਸਨ। ਨੇੜਤਾ ਵੱਧਦੀ ਗਈ। ਮਾਂ ਦੇ ਦਿਲ ਵਿੱਚ ਵਿਚਾਰ ਆਇਆ, ਜੇ ਸਾਡੀ ਨੰਦੀ ਦਾ ਵਿਆਹ ਰੁਪਿੰਦਰ ਨਾਲ ਹੋ ਜਾਵੇ ਤਾਂ ਕਿੰਨਾ ਵਧੀਆ ਹੋਵੇ। ਰਾਜਪਾਲ ਤਾਂ ਪਹਿਲਾਂ ਹੀ ਕੁਲਦੀਪ ਟਿਵਾਣਾ ਨਾਲ ਸਾਂਝ ਪਾਈ ਬੈਠਾ ਸੀ। ਖੈਰ, ਦਾਰਜੀ ਨਾਲ ਗੱਲਬਾਤ ਹੋਈ। ਉਹ ਵੀ ਮਾਂ ਦੀ ਗੱਲ ਨਾਲ ਸਹਿਮਤ ਹੋ ਗਏ ਤੇ ਸਾਨੂੰ ਸਾਰਿਆਂ ਨੂੰ ਕਸ਼ਮੀਰ ਜਾਣ ਦੀ ਇਜਾਜ਼ਤ ਦੇ ਦਿੱਤੀ। ਮੇਰਾ ਵਿਆਹ ਹੋਇਆ ਤਾਂ 5 ਵਰ੍ਹੇ ਹੋ ਗਏ ਸਨ। ਸੁਨੈਣੀ ਅਤੇ ਪੈਰੀ ਨਿੱਕੇ ਨਿੱਕੇ ਵੀ ਮੇਰੇ ਨਾਲ ਸਨ। ਰਾਜਪਾਲ ਅਤੇ ਰੁਪਿੰਦਰ ਦੋਹਾਂ ਨੂੰ ਮਾਮਿਆਂ ਦਾ ਖਿਤਾਬ ਮੇਰੇ ਬੱਚਿਆਂ ਨੇ ਦੇ ਦਿੱਤਾ। ਮੈਨੂੰ ਇੰਝ ਜਾਪਿਆ ਜਿਵੇਂ ਮੈਨੂੰ ਪਲੇ ਪਲਾਏ 2 ਵੀਰ ਮਿਲ ਗਏ ਨੇ। ਅਸੀਂ ਸਾਰੇ ਗਰੁੱਪ ਬਣਾ ਕੇ ਕਸ਼ਮੀਰ ਤੁਰ ਪਏ। ਕੋਈ ਬਾਗ ਬਗੀਚਾ ਅਸਾਂ ਨਹੀਂ ਛੱਡਿਆ ਜਿੱਥੇ ਅਸੀਂ ਗਾਉਂਦੇ ਨਹੀਂ ਤੇ ਨੱਚਦੇ ਨਹੀਂ ਦਿਸੇ। ਮੇਰਾ ਖਿਆਲ ਹੈ ਸਾਡੇ ਆਉਣ ਦਾ ਪੂਰੀ ਕਸ਼ਮੀਰ ਵਾਦੀ ਨੂੰ ਪਤਾ ਲੱਗ ਗਿਆ ਸੀ। ਕਦੀ ਅਸੀਂ ਡਲ ਝੀਲ ਦੇ ਸ਼ਿਕਾਰਿਆਂ ਵਿੱਚ ਬਹਿ ਕੇ ਉੱਚੀ ਉੱਚੀ ਗਾ ਕੇ ਲੁਤਫ ਉਠਾਉਂਦੇ ਅਤੇ ਕਦੇ ਪਹਾੜਾਂ ਦੀ ਮਿੱਠੀ ਮਿੱਠੀ ਆਬੋ ਹਵਾ ਦਾ ਲੁਭਾਵਨਾ ਅਹਿਸਾਸ ਕਰਦੇ ਹੋਏ ਨਿਸ਼ਾਤ ਗਾਰਡਨ ਵਿੱਚ ਵਿਚਰਦੇ। ਆਉਂਦੇ ਜਾਂਦੇ ਹੋਰ ਟੂਰਿਸਟ ਵੀ ਸਾਡੇ ਨਾਲ ਸ਼ਾਮਿਲ ਹੋ ਜਾਂਦੇ ਅਤੇ ਪੂਰਾ ਸਵਾਦ ਲੈਂਦੇ। ਅਸੀਂ ਮਾਂ ਨਾਲੋਂ ਵੱਧ ਕੇ ਸੁਰ ਲਾਉਂਦੇ, ਸਾਰੇ ਰਲ ਕੇ ਗੀਤ ਗਾਉਂਦੇ। ਆ ਜਾ ਹੋ ਜਾਣੇ ਵਾਲੇ, ਦਿਲ ਨੇ ਤੁਝੇ ਪੁਕਾਰਾ, ਸਾਥੀ ਜਨਮ ਜਨਮ ਕੇ, ਤੂੰ ਹੈ ਮੇਰਾ ਸਹਾਰਾ। ਗੀਤ ਡਲ ਝੀਲ ਦੀਆਂ ਗਹਿਰਾਈਆਂ ਵਿੱਚ ਗੂੰਜਦਾ ਅਤੇ ਅਸੀਂ ਮਦਮਸਤ ਹੋ ਜਾਂਦੇ। ਸ਼ਿਵ ਬਟਾਲਵੀ ਦਾ ਗੀਤ, ਕੀ ਪੁੱਛਦੇ ਹੋ ਹਾਲ ਫਕੀਰਾਂ ਦਾ, ਸਾਡਾ ਨਦੀਓਂ ਵਿਛੜੇ ਨੀਰਾਂ ਦਾ, ਮਾਂ ਦੀ ਰਸ ਪਿੰਨੀ ਆਵਾਜ਼ ਵਿੱਚ ਸੁਣ ਕੇ ਵੱਡੀ ਮਾਸੀ ਨੂੰ ਬੜਾ ਲਾਡ ਆਉਂਦਾ ਅਤੇ ਉਹ ਮਾਂ ਦਾ ਮੂੰਹ ਚੁੰਮ ਲੈਂਦੀ ਅਤੇ ਭਰੀ ਆਵਾਜ਼ ਨਾਲ ਕਹਿੰਦੀ, ਵਾਹ ਕਿਆ ਆਵਾਜ਼ ਹੈ ਮੇਰੀ ਭੈਣ ਦੀ, ਮੈਂ ਵਾਰੀ ਜਾਵਾਂ। ਬੰਬਈ ਰਹਿਣ ਕਰਕੇ ਮਾਸੀ ਜ਼ਿਆਦਾ ਹਿੰਦੀ ਬੋਲਦੀ ਸੀ। ਦੋਵੇਂ ਭੈਣਾਂ ਦਾ ਪਿਆਰ ਵੇਖ ਕੇ ਬੜਾ ਚੰਗਾ ਲੱਗਦਾ ਸੀ। ਸਾਰੀਆਂ ਭੈਣਾਂ ਦਾ ਬਹੁਤ ਮਿਲਵਰਤਨ ਸੀ, ਪਰ ਵੱਡੀ ਮਾਸੀ ਮਹਿੰਦਰ ਨਾਲ ਕੁਝ ਵੱਖਰਾ ਹੀ ਮੋਹ ਸੀ। ਬਹੁਤ ਜ਼ਬਰਦਸਤ ਸ਼ਖਸੀਅਤ ਸੀ ਉਹ। ਪਹਾੜਾਂ ਤੋਂ ਇਲਾਵਾ ਦਾਰਜੀ ਕਾਲਜ ਦੀਆਂ ਪਿਕਨਿਕਾਂ ਤੇ ਵੀ ਮੈਨੂੰ ਆਪਣੇ ਨਾਲ ਲੈ ਕੇ ਜਾਂਦੇ। ਕਦੀ ਕੁਤਬ ਮੀਨਾਰ, ਕਦੀ ਹੁਮਾਯੂੰਸ ਟੂਮ, ਕਦੀ ਸੋਨਾ ਲੇਕ। ਸਕੂਲ ਦੇ ਟੂਰਾਂ ਤੋਂ ਵੀ ਜਾਣ ਲਈ ਕਦੇ ਨਹੀਂ ਸਨ ਰੋਕਦੇ। ਉਹਨਾਂ ਕਹਿਣਾ, ਦੁਨੀਆ ਦੇਖੋ ਅਤੇ ਗਿਆਨ ਵਧਾਓ, ਤੁਹਾਡੇ ਆਲੇ ਦੁਆਲੇ ਕੀ ਹੋ ਰਿਹਾ ਹੈ ਉਸ ਦਾ ਜਾਇਜ਼ਾ ਲਵੋ ਤੇ ਆਪਣੇ ਦਿਮਾਗ ਨੂੰ ਹੋਰ ਵਿਸਤਾਰ ਕਰੋ, ਆਪਣੇ ਦਿਮਾਗ ਨੂੰ ਹੋਰ ਵਿਕਸਿਤ ਕਰੋ। ਵੱਖ-ਵੱਖ ਕਲਾਵਾਂ ਨਾਲ ਹਮੇਸ਼ਾ ਜੋੜੀ ਰੱਖਦੇ। ਸੰਗੀਤ ਅਤੇ ਨ੍ਰਿਤ ਦੀਆਂ ਕਲਾਸਾਂ ਵਿੱਚ ਮੈਨੂੰ ਆਪ ਲੈ ਕੇ ਜਾਂਦੇ। ਮੈਨੂੰ ਭਾਰਤਨਾਟਿਅਮ ਨ੍ਰਿਤ ਸਿਖਾਉਣ ਲਈ ਤ੍ਰਿਵੇਣੀ ਕਲਾ ਸੰਗਮ ਲੈ ਕੇ ਜਾਂਦੇ। ਕੱਥਕ ਅਤੇ ਮਨੀਪੁਰੀ ਨ੍ਰਿਤ ਗੰਧਰਵ ਮਹਾਵਿਦਿਆਲਾ ਤੋਂ ਵੀ ਸਿਖਵਾਇਆ। ਉਸਤਾਦਾਂ ਨੂੰ ਮੇਰੀ ਖਾਤਰ ਘਰ ਬੁਲਾ ਕੇ ਕਲਾਸੀਕਲ ਮਿਊਜ਼ਿਕ ਦੀ ਤਾਲੀਮ ਦਿਵਾਈ। ਮਾਂ ਨੇ ਕਈ ਵਾਰ ਕਹਿਣਾ, ਇਹਨੂੰ ਪੜ੍ਹਨ ਦਿਓ, ਇਹ ਤਾਂ ਡਾਕਟਰ ਬਣਨਾ ਚਾਹੁੰਦੀ ਹੈ ਤੇ ਤੁਸੀਂ ਇਹਨੂੰ ਕੋਈ ਸਟਾਰ ਬਣਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹੋ। ਮਾਂ ਨਹੀਂ ਸੀ ਚਾਹੁੰਦੀ ਕਿ ਮੈਂ ਇਸ ਫੀਲਡ ਵਿੱਚ ਜਾਵਾਂ। ਉਸ ਦੀ ਜਸਟੀਫਿਕੇਸ਼ਨ ਇਹੋ ਹੁੰਦੀ ਸੀ,
ਅਸੀਂ ਇਤਨੀਆਂ ਮੁਸ਼ਕਿਲਾਂ ਸਹੀਆਂ ਨੇ ਤੇ ਮੈਂ ਨਹੀਂ ਚਾਹੁੰਦੀ ਮੇਰੀ ਬੱਚੀ ਉਹ ਸਭ ਸਹੇ। ਇੱਕ ਸਾਫ਼ ਸੁਥਰੀ ਜ਼ਿੰਦਗੀ ਜੀਵੇ, ਪਿਓ ਵਾਂਗੂ ਇੰਟੈਲੀਜੈਂਟ ਬਣੇ, ਢੇਰ ਸਾਰੀ ਪੜ੍ਹਾਈ ਕਰੇ। ਦਾਰਜੀ ਨੇ ਮੇਰੀ ਸਾਈਕੋਲੋਜੀ ਸਮਝੀ ਹੋਈ ਸੀ। ਮੈਨੂੰ ਸਾਇੰਸ ਤਾਂ ਪੜ੍ਹਨ ਦਿੱਤੀ, ਪਰ ਉਸ ਨਾਲ ਮੈਨੂੰ ਸੱਭਿਆਚਾਰ ਨਾਲ ਵੀ ਜੋੜੀ ਰੱਖਿਆ। ਮਸ਼ਹੂਰ ਸ਼ਾਇਰ ਫੈਜ਼ ਅਹਿਮਦ ਫੈਜ਼ ਦੀ ਸ਼ਾਇਰੀ ਲੈ ਕੇ ਰਿਸਾਈਟ ਕਰਦੇ ਅਤੇ ਮੈਨੂੰ ਕਹਿੰਦੇ, ਤੂੰ ਮੇਰੇ ਨਾਲ ਗਾ। ਮੈਨੂੰ ਪਹਿਲਾਂ ਉਸ ਦੇ ਪੂਰੇ ਮਤਲਬ ਸਮਝਾਉਂਦੇ। सितारों से आगे जहां और भी हैं, अभी इश्क के इम्तिहान और भी हैं। ਅਸੀਂ ਪਿਓ ਧੀ ਨੇ ਉਸ ਨੂੰ ਗਾ ਕੇ ਰਿਕਾਰਡ ਵੀ ਕਰਨਾ ਅਤੇ ਫਿਰ ਮਾਂ ਨੂੰ ਸੁਣਾਉਣਾ। ਉਹ ਹੈਰਾਨ ਤਾਂ ਹੋ ਜਾਂਦੀ ਸੀ, ਪਰ ਨਾਲ ਹੀ ਗੁੱਸੇ ਵੀ। ਦਾਰਜੀ ਨੇ ਕਹਿਣਾ, ਮੇਰੀ ਧੀਏ ਪੜ੍ਹੇਗੀ ਵੀ ਤੇ ਗਾਏਗੀ ਵੀ। ਮੈਂ 88% ਮਾਰਕਸ ਲੈ ਕੇ, ਨੰਬਰ ਲੈ ਕੇ 10ਵੀਂ ਪਾਸ ਕੀਤੀ। ਦਾਰਜੀ ਫੁੱਲੇ ਨਹੀਂ ਸਨ ਸਮਾਉਂਦੇ, ਬੜੇ ਇਮਾਨ ਨਾਲ ਕਹਿੰਦੇ, ਵੇਖਿਆ ਇਹ ਮੇਰੀ ਧੀ ਹੈ। ਦਾਰਜੀ ਸਰੀਰ ਦੇ ਭਾਰੇ ਸਨ। ਜੇ ਕਿਸੇ ਨੇ ਕਹਿਣਾ ਤੇਰਾ ਪਿਓ ਮੋਟਾ ਹੈ ਤਾਂ ਮੈਂ ਬਹੁਤ ਲੜਨਾ। ਮੇਰੇ ਦਾਰਜੀ ਵਰਗੀ ਪਰਸਨੈਲਿਟੀ ਕਿਸੇ ਦੀ ਨਹੀਂ ਹੋ ਸਕਦੀ। ਮਾਂ ਨੇ ਮਜ਼ਾਕ ਵਿੱਚ ਇੱਕ ਵਾਰੀ ਕਿਹਾ, ਹਾਂ ਹਾਂ ਤੇਰੇ ਦਾਰਜੀ ਮਹਾਰਾਜਾ ਭੁਪਿੰਦਰ ਸਿੰਘ ਤੋਂ ਘੱਟ ਨਹੀਂ। ਮੈਂ ਤਾਂ ਮਹਾਰਾਜਾ ਨੂੰ ਕਦੇ ਵੇਖਿਆ ਨਹੀਂ ਸੀ ਤੇ ਨਾ ਹੀ ਕਦੀ ਉਹਨਾਂ ਦੀ ਤਸਵੀਰ ਵੇਖੀ ਸੀ। ਮੈਨੂੰ ਬੜੀ ਉਤਸੁਕਤਾ ਸੀ। ਮੈਂ ਸੋਚਦੀ ਸੀ ਕਿਤੇ ਕੋਈ ਮਹਾਰਾਜੇ ਦੀ ਫੋਟੋ ਹੀ ਵਿਖਾ ਦੇਵੇ। ਬੜੇ ਸਾਲ ਮਗਰੋਂ ਅਸੀਂ ਪਟਿਆਲੇ ਕਿਸੇ ਵਿਆਹ ਤੇ ਗਏ। ਮੋਤੀ ਬਾਗ ਵਿੱਚੋਂ ਲੰਘ ਰਹੇ ਸੀ ਤੇ ਮੈਂ ਜ਼ਿੱਦ ਕੀਤੀ ਕਿ ਮਾਂ ਪੈਲਸ ਜਾਣਾ ਹੈ, ਸਿਰਫ ਤਸਵੀਰ ਦੇਖਣ ਲਈ। ਮੈਨੂੰ ਪਤਾ ਲੱਗਾ ਸੀ ਕਿ ਮਹਾਰਾਜਾ ਦੀ ਤਸਵੀਰ ਉੱਥੇ ਲੱਗੀ ਹੈ। ਪਤਾ ਨਹੀਂ ਕਿਹੜੀ ਜਗ੍ਹਾ ਸੀ। ਉੱਥੇ ਮਹਾਰਾਜ ਦੀ ਪੂਰੀ 10 ਫੁੱਟ ਵੱਡੀ ਪੇਂਟਿੰਗ ਲੱਗੀ ਹੋਈ ਸੀ। ਮੈਂ ਤਾਂ ਵੇਖਦੀ ਹੀ ਰਹਿ ਗਈ। ਮੇਰੇ ਦਾਰਜੀ ਨੂੰ ਜੇ ਇਹ ਪੁਸ਼ਾਕ ਮਿਲ ਜਾਂਦੀ ਤਾਂ ਉਹ ਬਿਲਕੁਲ ਇੰਜ ਹੀ ਲੱਗਦੇ। ਮੈਂ ਮਾਂ ਨੂੰ ਕਿਹਾ, ਇੱਕ ਥੱਪੜ ਪਿਆ ਮਾਂ ਕੋਲੋਂ, ਚੁੱਪ ਕਰ। ਵੱਡੀ ਆਈ ਦਾਰਜੀ ਦੀ ਰਾਜਕੁਮਾਰੀ। ਮੈਂ ਕਿੰਨਾ ਚਿਰ ਮਾਂ ਨਾਲ ਰੁੱਸੀ ਰਹੀ। ਦਾਰਜੀ ਨੂੰ ਕੋਈ ਬੁਰਾ ਭਲਾ ਕਹਿ ਜਾਵੇ ਸਹੀ, ਮੇਰੀ ਬੱਤੀ ਗੁੱਲ ਹੋ ਜਾਂਦੀ ਸੀ। ਮਾਂ ਤਾਂ ਸ਼ਰਾਰਤ ਨਾਲ ਕਈ ਵਾਰੀ ਮੈਨੂੰ ਸਤਾਉਣ ਲਈ ਦਾਰਜੀ ਦੀ ਕੋਈ ਬਦਖੋਈ ਕਰਦੀ ਤਾਂ ਬਸ ਫੇਰ ਤਾਂ ਡੰਗ ਹੀ ਡੰਗ। ਉਦੋਂ ਮਾਂ ਬਹੁਤ ਬੁਰੀ ਲੱਗਦੀ। ਫਿਰ ਮਾਂ ਨੇ ਮੈਨੂੰ ਮਨਾ ਵੀ ਲੈਣਾ ਅਤੇ ਕਹਿਣਾ, ਬਹੁਤੀਆਂ ਤਾਰੀਫਾਂ ਨਹੀਂ ਕਰੀਦੀਆਂ, ਨਜ਼ਰ ਲੱਗ ਜਾਂਦੀ ਹੈ। ਤੇਰੇ ਦਾਰਜੀ ਵਰਗਾ ਵਧੀਆ ਇਨਸਾਨ ਤੇ ਕੋਈ ਹੋ ਹੀ ਨਹੀਂ ਸਕਦਾ, ਚੱਲੀਏ। ਫਿਰ ਮਾਂ ਨੇ ਮੈਨੂੰ ਆਪਣੇ ਨਾਲ ਘੁੱਟ ਕੇ ਪਿਆਰ ਕਰਨਾ। ਦਾਰਜੀ ਅਤੇ ਮਾਂ ਨੂੰ ਦੀਵਾਲੀ ਮਨਾਉਣ ਦਾ, ਵੰਨ-ਸੁਵੰਨੇ ਖਾਣੇ, ਮਿਠਾਈਆਂ ਤੇ ਫਲਾਂ ਦਾ, ਨਵੇਂ ਕੱਪੜੇ ਅਤੇ ਘਰ ਦੀ ਨਵੀਂ ਸਜਾਵਟ ਕਰਨ ਦਾ ਬੜਾ ਸ਼ੌਕ ਸੀ। ਦੀਵਾਲੀ ਅਤੇ ਮਹਿਮਾਨਾਂ ਨੂੰ ਸੱਦ ਕੇ ਸਾਰੀ ਰਾਤ ਤਾਸ਼ ਪੱਤੇ ਖੇਡਦੇ, ਗਾਉਂਦੇ ਅਤੇ ਕਿਲਕਾਰੀਆਂ ਮਾਰਦੇ। ਪਟਾਕੇ ਤੇ ਫੁੱਲਝੜੀਆਂ ਵੀ ਰਸਮੀ ਤੌਰ ਤੇ ਚਲਾਈਆਂ ਜਾਂਦੀਆਂ, ਪਰ ਖਾਸ ਗੱਲ ਇਹੋ ਹੁੰਦੀ ਸੀ ਕਿ ਸਾਰੇ ਦੋਸਤ ਮਿੱਤਰ, ਭੈਣ ਭਰਾ ਆਪਸ ਵਿੱਚ ਮਿਲ ਬੈਠਣ। ਹਰ ਸਾਲ ਦਾਰਜੀ ਦੇ ਹੁੰਦਿਆਂ ਤੱਕ ਇਹੀ ਰੀਤ ਚੱਲਦੀ ਰਹੀ। ਮਾਸੀਆਂ ਭੈਣਾਂ ਭਾਵੇਂ ਵਿਆਹੀਆਂ ਗਈਆਂ, ਦੂਰ ਦੁਰਾਡੇ ਚਲੀਆਂ ਗਈਆਂ, ਪਰ ਫਿਰ ਵੀ ਇਸ ਦਿਹਾੜੇ ਕੋਸ਼ਿਸ਼ ਕਰਕੇ ਦੀਵਾਲੀ ਮਨਾਉਣ ਲਈ ਸਾਡੇ ਘਰ ਦਿੱਲੀ ਪਹੁੰਚਦੀਆਂ। ਜੇ ਕੋਈ ਆ ਕੇ ਨਾ ਆ ਸਕਦਾ ਤਾਂ ਬੜਾ ਦੁੱਖ ਮਹਿਸੂਸ ਹੁੰਦਾ। ਦਾਰਜੀ ਸਭ ਦੇ ਲੀਡਰ ਬਣ ਜਾਂਦੇ। ਕਦੇ ਗੀਤਾਂ ਦੀਆਂ ਮਹਿਫਿਲਾਂ ਹੁੰਦੀਆਂ ਅਤੇ ਕਦੀ ਤਾਸ਼ ਪੱਤੇ। ਜਦ ਤੱਕ ਮੈਂ ਵਿਆਹੀ ਨਹੀਂ ਸੀ ਗਈ, ਉਦੋਂ ਤੱਕ ਮੇਰੀ ਡਿਊਟੀ ਸੀ ਸਾਰਿਆਂ ਲਈ ਸਾਰੀ ਰਾਤ ਚਾਹ ਪਾਣੀ ਦਾ ਬੰਦੋਬਸਤ ਕੰਟਰੋਲ ਕਰਨਾ ਅਤੇ ਫਲ ਕੱਟ ਕੇ ਵਰਤਾਉਣਾ, ਵਿੱਚ ਡਰਾਈ ਫਰੂਟ ਦੀ ਭੇਂਟ ਕਰਨਾ। ਕਿਸੇ ਨੂੰ ਭੁੱਖ ਲੱਗੀ ਹੋਵੇ ਤਾਂ ਖਾਣਾ ਵੀ ਖਵਾਉਣਾ, ਪਰ ਮੈਨੂੰ ਤਾਸ਼ ਖੇਡਣਾ ਮਨਾ ਸੀ। ਜਦ ਮੇਰੀ ਸ਼ਾਦੀ ਹੋ ਗਈ ਤਾਂ ਦਾਰਜੀ ਨੇ ਇਸ ਮੰਡਲੀ ਵਿੱਚ ਮੈਨੂੰ ਵੀ ਬਿਠਾਇਆ। ਮੇਰੇ ਪਤੀ ਸ਼ਰਨਜੀਤ ਜੀ ਦੇ ਨਾਲ ਮੇਰੇ ਦਾਰਜੀ ਦੇ ਜਾਣ ਤੋਂ ਬਾਅਦ ਕੋਈ ਦੀਵਾਲੀ ਉਸ ਤਰ੍ਹਾਂ ਨਹੀਂ ਸੀ ਮਨਾਉਂਦਾ। ਬੜੀ ਕੋਸ਼ਿਸ਼ ਕਰੀਦੀ ਸੀ, ਪਰ ਉਹ ਮਾਹੌਲ ਬਣਦਾ ਹੀ ਨਹੀਂ ਸੀ। ਬਸ ਯਾਦਾਂ ਅਤੇ ਸੌਗਾਤਾਂ ਹੀ ਰਹਿ ਗਈਆਂ।